ਫਾਸਟ ਦੇ ਦਰਸ਼ਕਾਂ ਲਈ ਮੇਰੀ ਜੇਪੀ ਸਿੰਘ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਾਂਭ ਸੰਭਾਲ ਦੀ ਕੜੀ ਵਿੱਚ ਇੱਕ ਪ੍ਰੋਗਰਾਮ ਹੋਰ ਨਵਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ, ਜਿਹਦੇ ਵਿੱਚ ਸਾਡੇ ਨਾਲ ਨੇ ਮੈਡਮ ਆਤਮਜੀਤ ਜੀ, ਜੋ ਕਿ ਬੱਚਿਆਂ ਦੇ ਮਾਈਂਡ ਦੀ ਸ਼ਾਰਪਨੈਸ ਵਾਸਤੇ ਕਾफ़ी कारगर काम कर रहे हैं और कुछ स्टडी है जिन्हों के बच्चों तक पहुँचाते हैं। रवानी, अब आप मुझे इन सारे कार्ड्स में से वो कार्ड्स उठा के दो जिन पे सबका जो बेस कलर है वो व्हाइट है। ओके। वेट वेट, योर टाइम स्टार्ट्स नाउ। 7 is 8. ट्राई टू कंप्लीट इन बिटवीन 20। तो पहले तो मैं शीट पकड़ाऊंगी सुगीत को एंड शी विल टेल कि मैंने उसको शीट जो पकड़ाई है उसके ऊपर कौन से कलर के साथ लिखा है, और उसके सुगीत को मैं दे रही हूँ। टेक इट सुगीत। हाँ जी बताइए। आपने रेड कलर का पेन पकड़ाया और रेड कलर से लिखा है। रेड कलर से लिखा हुआ है, ठीक है। आपने सबसे पहले ऐड एंड यू विल सॉल्व द सम्स। और मन्नत आई एम गिविंग यू, और बताइए कि मैंने कौन से कलर के पेन के साथ लिखा और आपको कौन सा कलर का पेन दे रही हूँ। ये है ब्लू कलर से आपने लिखा हुआ है और मेरे पास ब्लू पेन है। हाँ, तो तूने आज कहाँ पे लिखना है, क्योंकि तूने तो कल भी सम्स कर दिए। अरे वाह, हैरानी की बात ये है कि एग्जैक्टली वही जगह पे किए हैं, कहीं इधर उधर एक भी डिजिट नहीं गया। अरे वाह, ये देखिए ब्लाइंड फोल्ड है पूरा। यू पीपल कांट इमेजिन कि ये मतलब हाउ इज इट पॉसिबल, कैसे हो रहा है ये सब, मगर इट्स रियलिटी, वाकई में ये सब कुछ हो रहा है। अगर मैं बाहर तो कहीं जा नहीं सकते, तो हम घर पर बैठे बैठे ही कुछ कर लेंगे। और ਵੈਲਕਮ ਟੂ ਦਾ ਸਟੂਡੀਓ ਆਤਮਜੀਤ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ। ਸਭ ਤੋਂ ਪਹਿਲਾਂ ਤਾਂ ਸਟਾਰਟ ਕਰੀਏ ਆਪਾਂ ਕਿ ਇਹ ਮਾਈਂਡ ਦੀ ਜਿਹੜੀ ਸ਼ਾਰਪਨੈਸ ਦੀ ਤੁਸੀਂ ਫੀਲਡ ਵਿੱਚ ਹੈਗੇ ਹੋ, ਰਿਲੇਟਡ ਜਿਹੜੀ ਤੁਹਾਡੀ ਡਿਗਰੀਜ਼ ਸੀਗੀਆਂ ਉਹ ਕੁਝ ਹੋਰ ਨੇ, ਔਰ ਇਹ ਜੋ ਫੀਲਡ ਹੈ ਇਸ ਫੀਲਡ ਦੇ ਵਿੱਚ ਕੀ ਐਡਵਾਂਸਮੈਂਟਸ ਨੇ ਜਾਂ ਕੀ ਇਹਦੇ ਵਿੱਚ ਪੁਆਇੰਟਸ ਹੈਗੇ ਆ, ਉਹ ਪਲੀਜ਼ ਥੋੜ੍ਹਾ ਬਰੀਫ ਕਰੋ ਦਰਸ਼ਕਾਂ ਨੂੰ। ਜੀ, ਇਹ ਗੱਲ ਤਾਂ ਤੁਸੀਂ ਬਿਲਕੁਲ ਠੀਕ ਕਹੀ ਕਿ ਮੇਰੀ ਜਿਹੜੀ ਆਪਣੀ ਐਜੂਕੇਸ਼ਨ ਹੈ ਉਹ ਬਹੁਤ ਡਿਫਰੈਂਟ ਹੈ, ਜਿਹਦੇ ਵਿੱਚ ਮੈਂ ਐਮਐਸਸੀ ਮੈਥਮੈਟਿਕਸ, ਐਮਐਸਸੀ ਕੰਪਿਊਟਰ ਸਾਇੰਸ, ਐਮਏ ਪੰਜਾਬੀ ਅਤੇ ਐਮਐਡ ਕੀਤੀ ਹੋਈ ਹੈ। ਪਰ ਇਹ ਜਿਹੜੀ ਇੱਕ ਫੀਲਡ ਹੈ ਬਹੁਤ ਹੀ ਅਲੱਗ ਫੀਲਡ ਹੈ, ਜਿਹਦੇ ਵਿੱਚ ਅਸੀਂ ਅਕਸਰ, ਮੈਂ 9 ਸਾਲ ਦੇ ਆਪਣੇ ਟੀਚਿੰਗ ਦੇ ਕਰੀਅਰ ਦੇ ਵਿੱਚ ਦੇਖਿਆ ਕਿ ਬੱਚਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ, ਜਿਹਦੇ ਵਿੱਚ ਟੀਚਰਸ ਨੂੰ ਤਾਂ ਆਉਂਦੀਆਂ ਹਨ ਮੁਸ਼ਕਲਾਂ, ਨਾਲ ਮਾਪਿਆਂ ਨੂੰ ਵੀ ਆਉਂਦੀਆਂ ਹਨ, ਅਤੇ ਮਾਪਿਆਂ ਅਤੇ ਟੀਚਰਾਂ ਦੇ ਵਿੱਚ ਇੱਕ ਹੀ ਜਿਹੜੀ ਉਹ ਲੜਾਈ ਚੱਲਦੀ ਰਹਿੰਦੀ ਹੈ ਕਿ ਤੁਹਾਡਾ ਬੱਚਾ ਪੜ੍ਹਦਾ ਨਹੀਂ ਹੈ। ਮਾਪਿਓ ਕਹਿੰਦੇ ਇਹ ਸਾਰਾ ਦਿਨ ਪੜ੍ਹਦਾ ਰਹਿੰਦਾ ਹੈ, ਪਰ ਸਮਝ ਨਹੀਂ ਆਉਂਦੀ ਇਹਨੇ ਨੰਬਰ ਕਿਉਂ ਨਹੀਂ ਆਉਂਦੇ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਿਹੜੀ ਵਿੱਚ ਬੱਚੇ ਪਿਸ ਰਹੇ ਨੇ। ਉਹਨਾਂ ਦਾ ਸਿਲੇਬਸ ਜ਼ਿਆਦਾ ਹੈ, ਕਿਸੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਸਮਝਣ ਦਾ 60% ਹੈ, ਕਿਸੇ ਦਾ 90% ਹੈ, ਕਿਸੇ ਦਾ ਉਸ ਤੋਂ ਵੀ ਲੋ ਹੈ। ਸਮਝਣ ਦੇ ਵਿੱਚ ਜਿਹੜਾ ਉਹ ਸਮਾਂ ਲੱਗ ਜਾਂਦਾ ਹੈ, ਉਹਦੇ ਵਿੱਚ ਜਿਹੜਾ ਹੈ ਉਹ ਬੱਚਿਆਂ ਨੂੰ ਦਿੱਕਤ ਆ ਰਹੀ ਹੈ, ਬੱਚਿਆਂ ਦੇ ਨੰਬਰ ਘੱਟ ਆ ਰਹੇ। ਮਾਪਿਓ ਚਾਹੁੰਦੇ ਕਿ ਸਾਡਾ ਬੱਚਾ ਜਿਹੜਾ ਹਮੇਸ਼ਾ ਹੀ ਅਵਲ ਰਹੇ, ਹਮੇਸ਼ਾ ਹੀ ਕਲਾਸ ਵਿੱਚ ਅੱਗੇ ਰਹੇ, ਔਰ ਟੀਚਰਸ ਨੂੰ ਇਹ ਮੁਸ਼ਕਲਾਂ ਆ ਰਹੀਆਂ ਨੇ ਕਿ ਉਹ ਬੱਚਿਆਂ ਨੂੰ 40 ਬੱਚਿਆਂ ਦੀ ਕਲਾਸ ਦੇ ਵਿੱਚ ਜਿਹੜਾ ਉਹ ਪੜ੍ਹਾਉਂਦੇ ਹਨ, ਅਤੇ ਉਹਦੇ ਵਿੱਚ ਕੁਝ ਬੱਚੇ ਬਹੁਤ ਛੇਤੀ ਸਮਝ ਜਾਂਦੇ ਹਨ, ਕੁਝ ਬੱਚੇ ਹੌਲੀ ਸਮਝਦੇ ਹਨ। ਇਸ ਕਰਕੇ ਉਸ ਟੀਚਰ ਨੂੰ ਵੀ ਜਿਹੜੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਇਹ ਬੇਸਿਕਲੀ ਇੱਕ ਇਹੋ ਜਿਹੀ ਟ੍ਰੇਨਿੰਗ ਹੈ ਜਿਹਦੇ ਵਿੱਚ ਸਿਰਫ 16 ਦਿਨ, ਇਹ ਗੱਲ ਬਿਲਕੁਲ ਸੱਚ ਹੈ ਕਿ ਸਿਰਫ 16 ਦਿਨ ਦੇ ਵਿੱਚ ਬੱਚੇ ਦਾ ਮਾਈਂਡ ਇਸ ਤਰੀਕੇ ਨਾਲ ਸ਼ਾਰਪ ਕਰਨਾ, ਬਿਲਕੁਲ ਸਾਇੰਸ ਦੇ ਤਰੀਕੇ ਨਾਲ, ਕੋਈ ਜਾਦੂ ਟੂਣਾ ਨਹੀਂ ਹੈ ਇਸ ਦੇ ਵਿੱਚ, ਔਰ ਸਾਇੰਸ ਦੇ ਤਰੀਕੇ ਨਾਲ ਆਪਾਂ ਉਹਦੇ ਅਨਕੌਂਸ਼ੀਅਸ ਮਾਈਂਡ ਦੇ ਜਿਹੜੇ ਸੈੱਲ ਨੇ ਉਹਨਾਂ ਨੂੰ ਅਸੀਂ ਐਕਟੀਵੇਟ ਕਰ ਦਿੰਦੇ ਹਾਂ। ਸੋ ਇਹਦੇ ਵਿੱਚ ਕਿਸ ਏਜ ਗਰੁੱਪ ਨੂੰ ਤੁਸੀਂ ਡੀਲ ਕਰਦੇ ਹੋ ਕਿ ਜਿਹਦੇ ਵਿੱਚ ਇਹ ਸਾਰਾ ਜੋ ਪ੍ਰੋਗਰਾਮ ਹੈ ਤੁਹਾਡਾ ਜਾਂ ਜੋ ਤੁਸੀਂ ਅਪਲਾਈ ਕਰਦੇ ਹੋ ਉਸ ਬੱਚੇ ਦੇ ਉੱਪਰ, ਉਹ ਪ੍ਰੋਪਰ ਤਰੀਕੇ ਨਾਲ ਉਹ ਫੀਡ ਪ੍ਰੋਪਰ ਹੋ ਜਾਵੇ ਔਰ ਉਹਦਾ ਰਿਜ਼ਲਟ ਜਿਹੜਾ ਹੈ ਉਹ ਵੀ ਪੂਰਾ ਜੋ ਐਕਸਪੈਕਟ ਕਰਦੇ ਹਾਂ ਆਪਾਂ, ਉਹ ਪੂਰਾ ਰਿਜ਼ਲਟ ਵੀ ਹੋ ਜਾਵੇ? ਜੀ, ਇਹ ਏਜ ਗਰੁੱਪ ਹੈ 6 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਦਾ। ਹੁਣ ਤੁਸੀਂ ਇੱਥੇ ਸਵਾਲ ਉਠਾਓਗੇ ਜੀ 16 ਸਾਲ ਤੱਕ ਦੇ ਉੱਪਰ ਦੇ ਬੱਚਿਆਂ ਦੇ ਲਈ ਕਿਉਂ ਨਹੀਂ, ਤਾਂ ਉਹਦੇ ਲਈ ਇਹ ਖਾਸ ਰੀਜ਼ਨ ਹੈ ਕਿ ਜਦੋਂ 16 ਸਾਲ ਤੋਂ ਬਾਅਦ ਸਾਡੀ ਜਿਹੜੀ ਪੜ੍ਹਾਈ ਹੈ, ਜਦੋਂ ਕਿ ਅਸੀਂ 11ਵੀਂ ਦੇ ਵਿੱਚ ਸਬਜੈਕਟ ਚੂਜ਼ ਕਰਦੇ ਹਾਂ, ਉਸ ਤੋਂ ਬਾਅਦ ਦੀ ਜਿੰਨੀ ਸਾਡੀ ਉਮਰ ਹੈ, ਸਾਡਾ ਮਾਈਂਡ ਜਿਹੜਾ ਉਹ ਅਲੱਗ-ਅਲੱਗ ਥਾਵਾਂ 'ਤੇ ਜਿਹੜਾ ਉਹ ਡਾਇਵਰਟ ਕਰਨਾ ਸ਼ੁਰੂ ਕਰ ਦਿੰਦਾ। ਜਦੋਂ ਸਾਡੇ ਦਿਮਾਗ 'ਤੇ ਜਿਹੜੇ ਉਹ ਵੱਖਰੇ ਵਿਸ਼ਿਆਂ ਦਾ ਪ੍ਰਭਾਵ ਆ ਜਾਂਦਾ ਹੈ, ਅਸੀਂ ਵੱਖਰੀਆਂ ਰਾਹਾਂ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ,
ਤੇ ਜਿਸ ਵਜ੍ਹਾ ਦੇ ਨਾਲ ਉਸ ਟ੍ਰੇਨਿੰਗ ਦੇ ਰਿਜ਼ਲਟ ਉਸ ਟਾਈਮ ਤੇ ਘੱਟ ਆਉਂਦੇ ਨੇ ਜਾਂ ਫਿਰ ਨਹੀਂ ਵੀ ਆਉਂਦੇ। ਹਾਂ, ਅਸੀਂ ਇੰਨਾ ਜ਼ਰੂਰ ਕਹਿ ਕੇ ਚੱਲਦੇ ਹਾਂ ਕਿ 80% ਜਿਹੜੇ ਉਹ ਰਿਜ਼ਲਟ ਆਉਂਦੇ 16 ਸਾਲ ਦੀ ਉਮਰ ਤੋਂ ਬਾਅਦ, ਪਰ ਜਿਹੜੇ ਅਸੀਂ ਰਿਜ਼ਲਟ 100% ਦੇਖਦੇ ਹਾਂ ਉਹ 6 ਸਾਲ ਤੋਂ ਲੈ ਕੇ 16 ਸਾਲ ਤੱਕ ਦੀ ਉਮਰ ਦੇ ਬੱਚਿਆਂ 'ਚ ਦੇਖਦੇ ਹਾਂ। ਇਹਦੇ ਵਿੱਚ ਜਿਹੜੀ ਖਾਸ ਧਿਆਨ ਰੱਖਣ ਜੋ ਗੱਲ ਹੈ ਕਿ ਜਿਹੜੇ ਅਸੀਂ, ਮੈਂ ਤੇ ਤੁਸੀਂ ਗੱਲਬਾਤ ਕਰ ਰਹੇ ਹਾਂ ਜਾਂ ਦਰਸ਼ਕ ਸਾਨੂੰ ਸੁਣ ਰਹੇ ਨੇ, ਉਹ ਕੌਨਸ਼ੀਅਸ ਮਾਈਂਡ ਨਾਲ ਗੱਲ ਕਰ ਰਹੇ, ਕਿਉਂਕਿ ਸਾਨੂੰ ਪਤਾ ਹੈ ਅਸੀਂ ਕੀ ਕਹਿ ਰਹੇ ਹਾਂ ਤੇ ਅਸੀਂ ਕੀ ਸੁਣ ਰਹੇ। ਪਰ ਜਿਹੜਾ ਅਸੀਂ ਇਹ ਟ੍ਰੇਨਿੰਗ ਦਾ ਕੰਮ ਕਰ ਰਹੇ ਹਾਂ ਉਹ ਅਨਕੌਨਸ਼ੀਅਸ ਮਾਈਂਡ ਦੇ ਸੈੱਲ ਐਕਟੀਵੇਟ ਕਰਨ ਦੀ ਗੱਲ ਕਰ ਰਹੇ। ਹੁਣ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਅਨਕੌਨਸ਼ੀਅਸ ਮਾਈਂਡ ਕੀ ਹੈ। ਅਨਕੌਨਸ਼ੀਅਸ ਮਾਈਂਡ ਉਹ ਹੈ ਜਿਸ ਵਕਤ ਅਸੀਂ ਰਾਤ ਨੂੰ ਸੌਂਦੇ ਸਮੇਂ ਸੁਪਨੇ ਦੇਖਦੇ ਹਾਂ, ਉਸ ਸੁਪਨੇ ਦੇ ਉੱਤੇ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ। ਮੰਨ ਲਓ ਕੋਈ ਬੁਰਾ ਸੁਪਨਾ ਚੱਲ ਰਿਹਾ, ਕੋਈ ਸੱਪ ਹੈ ਜਿਹੜਾ ਉਹ ਸਾਡੇ ਨੀਅਰ ਡੀਅਰ ਦੇ ਕੋਲ ਆ ਗਿਆ, ਅਸੀਂ ਉੱਠ ਕੇ ਆਪਣੀ ਮਰਜ਼ੀ ਦੇ ਨਾਲ ਉਸ ਸੱਪ ਨੂੰ ਭਜਾ ਨਹੀਂ ਸਕਦੇ, ਉਸ ਸੱਪ ਨੂੰ ਸੋਟੇ ਨਾਲ ਮਾਰ ਨਹੀਂ ਸਕਦੇ। ਉੱਥੇ ਸੁਪਨੇ ਦੇ ਵਿੱਚ ਜੋ ਹੋਣਾ ਹੈ ਉਹ ਸਾਡੇ ਹੱਥ ਦੇ ਵਿੱਚ ਬਿਲਕੁਲ ਨਹੀਂ ਹੈ। ਇਸ ਹਿਸਾਬ ਦੇ ਨਾਲ ਅਸੀਂ ਸੋਚ ਸਕਦੇ ਹਾਂ ਕਿ ਪਰਮਾਤਮਾ ਨੇ ਦਿਮਾਗ ਇੱਕ ਇਹੋ ਜਿਹੀ ਐਪਲੀਕੇਸ਼ਨ ਬਣਾਈ ਹੈ ਜੋ ਇੰਨਾ ਕੁ ਗੁੰਝਲਦਾਰ ਹੈ ਜਿਸ ਨੂੰ ਸਮਝਣਾ ਹਾਲੇ ਤੱਕ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਹੈ। ਇਸੇ ਦਿਮਾਗ ਦੇ ਸੈੱਲ ਅਗਰ ਐਕਟੀਵੇਟ ਹੋ ਜਾਣ, ਜਿਹੜਾ ਅਨਕੌਨਸ਼ੀਅਸ ਮਾਈਂਡ ਹੈ, ਔਰ ਸਾਡੀ ਰੋਜ਼ਾਨਾ ਮਰਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਜਿਹੜਾ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦੀ, ਤੇ ਤੁਸੀਂ ਆਪ ਦੇਖੋਗੇ ਕਿ ਬੜੇ ਵਧੀਆ ਰਿਜ਼ਲਟ ਆਣ। ਹੁਣ ਸਾਡੀ ਕੌਨਸਨਟ੍ਰੇਸ਼ਨ ਕਿੱਥੇ ਹੈ ਇਸ ਟ੍ਰੇਨਿੰਗ ਨੂੰ ਲੈ ਕੇ ਕਿ ਬੱਚਿਆਂ ਦੀ ਇਹੋ ਜਿਹੀ ਛੋਟੀਆਂ ਛੋਟੀਆਂ ਪ੍ਰੋਬਲਮ ਸੋਲਵ ਕੀਤੀਆਂ ਜਾਣ ਕਿ ਬੱਚਾ ਜਦੋਂ ਚੈਪਟਰ ਪੜ੍ਹਦਾ ਹੈ ਤੇ ਪਹਿਲੀ ਗੱਲ ਕੀ ਹੁੰਦੀ ਹੈ ਕਿ ਉਹ ਕ੍ਰੈਮਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ। 1 ਘੰਟਾ ਲੱਗ ਜਾਂਦਾ ਉਹਨੂੰ ਕ੍ਰੈਮਿੰਗ ਕਰਦੇ ਆ, ਫਿਰ ਵੀ ਉਹ ਸ਼ੋਰ ਨਹੀਂ ਹੁੰਦਾ ਕੱਲ ਜਦੋਂ ਟੀਚਰ ਨੂੰ ਟੈਸਟ ਦੇਗਾ, ਟੀਚਰ ਨੂੰ ਸੁਣਾਏਗਾ, ਉਹ ਸਹੀ ਹੋਏਗਾ ਜਾਂ ਨਹੀਂ, ਨੰਬਰ ਪੂਰੇ ਆ ਜਾਣਗੇ ਕਿ ਨਹੀਂ। ਉਹਦੇ ਮਨ 'ਚ ਨਾ ਇੱਕ ਧੁੜਕੂ ਜਿਹਾ ਲੱਗਾ ਰਹਿੰਦਾ ਹੈ। ਫਿਰ ਦੂਸਰੀ ਪ੍ਰੋਬਲਮ ਅਸੀਂ ਇਹ ਲੈ ਕੇ ਚੱਲਦੇ ਹਾਂ ਕਿ ਬੱਚੇ ਬਹੁਤ ਮਿਹਨਤ ਕਰਦੇ, ਟੈਸਟ ਵੀ ਕਰਕੇ ਦਿਖਾਉਂਦੇ ਹੈਗੇ ਨੇ, ਬਟ ਪੇਪਰਾਂ 'ਚ ਜਾ ਕੇ ਨੰਬਰ ਨਹੀਂ ਆਉਂਦੇ। ਪੇਰੈਂਟਸ ਦੀ ਫਿਰ ਅਗੇਨ ਉਹੀ ਸ਼ਿਕਾਇਤ ਕਿ ਪੜ੍ਹਿਆ ਤਾਂ ਇਹਨੇ ਸਾਰਾ ਸੀ ਫਿਰ ਵੀ ਨੰਬਰ ਨਹੀਂ ਆਏ। ਤੀਸਰੀ ਪ੍ਰੋਬਲਮ ਅਸੀਂ ਇਹਦੇ ਵਿੱਚ ਇਹ ਕੰਸੀਡਰ ਕਰਕੇ ਚੱਲਦੇ ਹਾਂ ਕਿ ਕੁਝ ਬੱਚੇ ਸ਼ਾਏ ਹੁੰਦੇ ਨੇ, ਘਰ ਮਹਿਮਾਨ ਆ ਜਾਂਦੇ ਉਹ ਲੁਕਦੇ ਨੇ, ਸਾਹਮਣੇ ਹੀ ਨਹੀਂ ਆਉਂਦੇ, ਆਪਣਾ ਨਾਮ ਤੱਕ ਨਹੀਂ ਦੱਸਣਾ ਪਸੰਦ ਕਰਦੇ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ ਜਿਹਦੇ ਵਿੱਚ ਇੱਕ ਖਾਸ ਹੈ ਵੀ ਇਹ ਅੱਧੇ ਘੰਟੇ ਦਾ ਹੋਮਵਰਕ ਹੁੰਦਾ ਹੈ ਪਰ ਬੱਚੇ ਇੱਧਰ ਉੱਧਰ ਪੁੜਕ ਕੇ ਜਿਹੜਾ ਉਹ 2 ਘੰਟੇ ਲਗਾ ਦਿੰਦੇ, ਹੋਮਵਰਕ ਫਿਰ ਵੀ ਪੂਰਾ ਨਹੀਂ ਹੁੰਦਾ। ਟਿਊਸ਼ਨ ਟੀਚਰ ਨੇ ਤਾਂ 2 ਘੰਟੇ ਹੀ ਬਿਠਾਉਣਾ, ਉਹਦੇ ਵਿੱਚ ਹੀ ਹੋਮਵਰਕ ਕਰਵਾਉਣਾ, ਪਰ ਫਿਰ ਵੀ ਬੱਚਿਆਂ ਦਾ ਇਹ ਹਾਲ ਹੈ। ਸੋ ਇਹੋ ਜਿਹੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰਨ ਦੇ ਲਈ ਜਿਹੜੀ ਇਹ ਟ੍ਰੇਨਿੰਗ ਆਈ ਹੈ, ਔਰ ਇਹਦੇ ਨਾਲ ਇੱਕ ਐਡੀਸ਼ਨਲ ਬੈਨੀਫਿਟ ਇਹ ਆ ਗਿਆ ਕਿ ਬੱਚਾ ਅੱਖਾਂ ਤੇ ਪੱਟੀ ਬੰਨ੍ਹ ਕੇ ਕੁਝ ਵੀ ਦੇਖ ਸਕਦਾ ਹੈ, ਲਿਖ ਸਕਦਾ ਹੈ, ਪੜ੍ਹ ਸਕਦਾ ਹੈ, ਈਵਨ ਉੜਦੇ ਪੰਛੀ ਵੀ ਗਿਣ ਸਕਦਾ ਹੈ। ਸੋ ਇਸ ਫੀਲਡ ਵਿੱਚ ਜੋ ਤੁਸੀਂ ਦੱਸਦੇ ਪਏ ਹੋ, ਮਤਲਬ ਇਹਦੇ ਵਿੱਚ ਇੰਨਾ ਜ਼ਿਆਦਾ ਐਕੂਰੇਸੀ ਹੈ ਜਾਂ ਬੱਚਾ ਇੰਨਾ ਜ਼ਿਆਦਾ ਉਸ ਲੈਵਲ ਤੇ ਪਹੁੰਚ ਜਾਂਦਾ ਹੈ ਜੀ ਕਿ ਪੱਟੀ ਬੰਨ ਕੇ ਵੀ ਉਹ ਪੜ੍ਹ ਸਕਦਾ, ਲਿਖ ਸਕਦਾ ਜਾਂ ਕੁਝ ਵੀ ਦੇਖ ਸਕਦਾ ਹੈ। ਬਿਲਕੁਲ। ਸੋ ਉਹ ਚੀਜ਼ ਜਿਹੜੀ ਹੈਗੀ ਉਹ ਅਸੀਂ ਕਿਵੇਂ ਉਹਨੂੰ ਪ੍ਰੈਕਟੀਕਲਿਟੀ ਦੇ ਵਿੱਚ ਕਿਵੇਂ ਲੈ ਕੇ ਆਉਂਦੇ ਹਾਂ ਕਿ ਉਹ ਪੋਸੀਬਲ ਕਿਵੇਂ ਹੈ, ਮਤਲਬ ਉਹਨੂੰ ਥੋੜ੍ਹਾ ਇਲੈਬੋਰੇਟਲੀ ਦੱਸੋ ਵੀ ਉਹ ਚੀਜ਼ ਪੋਸੀਬਲ ਕਿਵੇਂ ਹੈ ਕਿ ਤੁਹਾਡੀ ਲਾਈਨ ਦੇ ਵਿੱਚ ਜੋ ਤੁਸੀਂ ਟ੍ਰੇਨਿੰਗ ਦੇ ਰਹੇ ਹੋ, ਜਿਵੇਂ ਤੁਸੀਂ ਬੱਚੇ ਨੂੰ ਪ੍ਰਿਪੇਅਰ ਕਰਦੇ ਪਏ ਹੋ ਕਿ ਬੱਚਾ ਉਸ ਲੈਵਲ ਤੇ ਪਹੁੰਚ ਜਾਵੇ। ਪ੍ਰੈਕਟੀਕਲੀ ਇਸ ਤਰੀਕੇ ਨਾਲ ਪੋਸੀਬਲ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕਈ ਬੱਚੇ ਦੇਖਦੇ ਹਾਂ ਜਾਂ ਇਹੋ ਜਿਹੇ ਕਈ ਇਨਸਾਨ ਦੇਖਦੇ ਹਾਂ ਜਿਨ੍ਹਾਂ ਦੀ ਇੱਕ ਸੈਂਸ ਨਹੀਂ ਹੁੰਦੀ, ਜਾਂ ਉਹ ਦੇਖ ਨਹੀਂ ਸਕਦੇ, ਜਾਂ ਉਹ ਸੁਣ ਨਹੀਂ ਸਕਦੇ, ਜਾਂ ਉਹ ਬੋਲ ਨਹੀਂ ਸਕਦੇ, ਪਰ ਬਾਕੀ ਦੀ ਸੈਂਸਸ ਤਾਂ ਉਹਨਾਂ ਦੀਆਂ ਕੰਮ ਕਰੀਆਂ, ਫਿਰ ਵੀ ਉਹ ਜ਼ਿੰਦਗੀ ਜੀ ਰਹੇ ਨੇ, ਆਪਣੇ ਰੋਜ਼ਾਨਾ ਦੇ ਕੰਮ ਕਰ ਰਹੇ ਨੇ। ਸੋ ਅਸੀਂ ਵੀ ਇਹਦੇ ਵਿੱਚ ਕੀ ਕਰ ਰਹੇ ਹਾਂ ਕਿ ਉਹਨਾਂ ਦੀ ਇੱਕ ਸੈਂਸ ਬੰਦ ਕਰ ਰਹੇ ਹਾਂ, ਯਾਨੀ ਕਿ ਅੱਖਾਂ ਬੰਦ ਕਰ ਰਹੇ ਹਾਂ, ਪੱਟੀ ਬੰਨ੍ਹ ਰਹੇ, ਤਾਂ ਕਿ ਉਹ ਬਾਕੀ ਦੇ ਸੈਂਸਸ ਨੂੰ ਇਸਤੇਮਾਲ ਕਰਕੇ ਜੋ ਅਸੀਂ ਉਹਦੇ ਰਿਜ਼ਲਟ ਲੈਣਾ ਚਾਹੁੰਦੇ ਉਹ ਆਏਗਾ। ਸੋ ਇਹਦੇ ਵਿੱਚ ਪਿੱਛੇ ਕਾਫੀ ਅਚੀਵਮੈਂਟਸ ਤੁਹਾਡੀਆਂ ਰਹੀਆਂ ਨੇ, ਅਸੀਂ ਦੇਖਦੇ ਰਹੇ ਹਾਂ, ਪੜ੍ਹਦੇ ਵੀ ਰਹੇ ਹਾਂ ਕਿ ਕੁਝ ਆਊਟ ਸਟੇਸ਼ਨ ਵੀ ਜਾ ਕੇ ਤੁਸੀਂ ਅਵਾਰਡ ਵਗੈਰਾ ਵੀ ਲਿੱਤੇ ਆ, ਕੁਝ ਪ੍ਰੈਜੈਂਟੇਸ਼ਨਸ ਵੀ ਕੀਤੀਆਂ ਨੇ। ਲਾਸਟ ਅਸੀਂ ਦੇਖਿਆ ਕਿ ਤੁਸੀਂ ਸ਼ਾਇਦ ਬੈਂਗਲੌਰ ਹੋ ਕੇ ਆਏ ਹੋ ਜੀ। ਸੋ ਇਹ ਜਿਹੜੇ ਇੰਸਟੀਟਿਊਸ਼ਨਸ ਤੁਹਾਨੂੰ ਬੁਲਾਉਂਦੇ ਨੇ, ਇੰਸਟੀਟਿਊਟਸ ਨਾਲ ਤੁਸੀਂ ਰਿਲੇਟਿਡ ਹੋ, ਅਤੇ ਲਾਸਟ ਜਿਹੜਾ ਬੈਂਗਲੌਰ ਦਾ ਕੀਤਾ ਸੀ, ਬੈਂਗਲੌਰ ਦਾ ਕੀ ਇਵੈਂਟ ਸੀਗਾ ਜਿਹੜਾ ਤੁਸੀਂ ਲਾਸਟ ਕਰਕੇ ਆਏ ਹੋ? ਜੀ, ਬੈਂਗਲੌਰ ਦਾ ਇਵੈਂਟ ਸੀ ਮਦਰ ਇੰਡੀਆ ਕੇਅਰ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਸੀ, ਜੋ ਇਸ ਮੁੱਦੇ ਤੇ ਕੰਮ ਕਰਦੇ ਹੈ ਕਿ ਜਿਹੜੇ ਸੜਕ ਤੇ ਹਾਦਸੇ ਹੁੰਦੇ ਨੇ ਉਹ ਨਾ ਹੋਣ, ਤਾਂ ਜੋ ਜਦੋਂ ਕਿਸੇ ਵੀ ਇੱਕ ਪਰਿਵਾਰ ਦਾ ਇੱਕ ਰੋਟੀ ਕਮਾਉਣ ਵਾਲੇ ਜੀ ਦੀ ਜਾਨ ਚਲੀ ਜਾਂਦੀ ਹੈ ਜਾਂ ਉਹ ਹੈਂਡੀਕੈਪ ਹੋ ਜਾਂਦਾ ਹੈ ਤਾਂ ਪਿੱਛੋਂ ਪੂਰੇ ਪਰਿਵਾਰ ਨੂੰ ਸਰਵਾਈਵ ਕਰਨਾ ਬੜਾ ਔਖਾ ਹੋ ਜਾਂਦਾ ਹੈ। ਸੋ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਪਲੀਜ਼ ਘਰੋਂ ਚੱਲਣ ਤੋਂ ਪਹਿਲਾਂ ਹੀ ਆਪਣੇ ਮਾਈਂਡ ਨੂੰ ਇੰਨਾ ਕੁ ਐਕੂਰੇਟ ਰੱਖੋ, ਕਰੈਕਟ ਰੱਖੋ, ਉਹਦੀ ਜਿਹੜਾ ਧਿਆਨ ਹੈ ਉਹ 4 ਪਾਸੇ ਡਿਵਾਈਡ ਨਾ ਹੋਵੇ, ਤਾਂ ਜੋ ਆਪਣੇ ਘਰ ਸਹੀ ਤਰੀਕੇ ਦੇ ਨਾਲ ਸਹੀ ਸਲਾਮਤ ਆਪਣੇ ਪਰਿਵਾਰ 'ਚ ਪਹੁੰਚੇ।
ਬਾਕੀ ਵੀ ਆਪਣੇ ਪਰਿਵਾਰ 'ਚ ਪਹੁੰਚਣ, ਕਿਉਂਕਿ ਜਦੋਂ ਇੱਕ ਦਾ ਤਾਂ ਐਕਸੀਡੈਂਟ ਨਹੀਂ ਹੋਏਗਾ, ਘੱਟੋ ਘੱਟ 2 ਜਣਿਆਂ ਦਾ ਹੋਏਗਾ। ਅਸੀਂ ਆਪਣੇ ਨਾਲ ਨਾਲ ਦੂਸਰਿਆਂ ਨੂੰ ਵੀ ਜਿਹੜਾ ਉਹ ਨੁਕਸਾਨ ਪਹੁੰਚਾ ਰਹੇ। ਅਗਰ ਸਾਡਾ ਧਿਆਨ 4 ਪਾਸੇ ਜਿਹੜਾ ਉਹ ਫਸਿਆ ਪਿਆ, ਮੈਂ ਉਹਨੂੰ ਕਾਲ ਕਰਨੀ, ਮੈਨੂੰ ਕਾਲ ਕਰਨੀ, ਮੈਂ ਉੱਥੇ ਜਾਣਾ, ਮੈਂ ਇੱਥੇ ਵਜੇ ਇੰਨੇ ਪਹੁੰਚਣਾ, ਮੈਂ ਉਹਦੇ ਪੈਸੇ ਦੇਣੇ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਉਹ ਟੈਨਸ਼ਨਸ ਹੈਗੀਆਂ ਨੇ, ਉਹ ਸਾਡੇ ਦਿਮਾਗ 'ਤੇ ਹੁੰਦੀਆਂ ਅਤੇ ਅਸੀਂ ਇੱਦਾਂ ਹੀ ਘਰੋਂ ਨਿਕਲ ਪੈਂਦੇ। ਔਰ ਕਈ ਵਾਰੀ ਤਾਂ ਸਾਨੂੰ ਕਿਸੇ ਨਾ ਕਿਸੇ ਜਗ੍ਹਾ 'ਤੇ ਪਹੁੰਚ ਕੇ ਯਾਦ ਆਉਂਦਾ, ਅੱਛਾ ਮੈਂ ਇੱਥੇ ਪਹੁੰਚ ਵੀ ਗਿਆ ਹਾਂ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਸੋ ਇਸੇ ਸਬੰਧ ਦੇ ਵਿੱਚ ਉਹਨਾਂ ਦਾ ਮਦਰ ਇੰਡੀਆ ਕੇਅਰ ਫਾਊਂਡੇਸ਼ਨ ਦਾ ਉਹ ਫਾਊਂਡੇਸ਼ਨ ਡੇ ਸੀ, ਜਿਹਨੂੰ ਹੋਸਟ ਕਰਨ ਮੈਂ ਗਈ ਸੀ ਅਵਾਰਡ ਫੰਕਸ਼ਨ, ਜਿੱਥੇ ਮੈਨੂੰ ਨੈਸ਼ਨਲ ਜੈਮ ਐਂਡ ਐਕਸਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਔਰ ਬਾਕੀ ਵੀ ਜਗ੍ਹਾ 'ਤੇ ਮੈਂ ਜਾ ਕੇ ਬ੍ਰੇਨ ਪਾਵਰ ਰਿਲੇਟਿਡ ਜਿਹੜੀਆਂ ਉਹ ਸੈਮੀਨਾਰ ਕਰਦੀ ਰਹਿੰਦੀ ਹਾਂ, ਪ੍ਰੈਜੈਂਟੇਸ਼ਨ ਦਿੰਦੀ ਰਹਿੰਦੀ ਹਾਂ। ਤਕਰੀਬਨ ਹੁਣ ਤੱਕ ਔਨਲਾਈਨ ਵੀ ਮੈਂ 70 ਦੇ ਕਰੀਬ ਅਜਿਹੇ ਬੱਚਿਆਂ ਨੂੰ ਟ੍ਰੇਨ ਕਰ ਚੁੱਕੀ ਹਾਂ, ਜਿਹਦੇ ਵਿੱਚ ਦਿੱਲੀ, ਬੈਂਗਲੌਰ, ਕੈਨੇਡਾ ਦੇ ਬੱਚੇ ਕਾਫੀ ਹਨ, ਜਿਨ੍ਹਾਂ ਨੂੰ ਮੈਂ ਬ੍ਰੇਨ ਪਾਵਰ ਦੀ ਟ੍ਰੇਨਿੰਗ ਦੇ ਚੁੱਕੀ ਹਾਂ। ਅੱਛਾ, ਤੇ ਅੰਮ੍ਰਿਤਸਰ ਦੇ ਵਿੱਚ ਜਿਵੇਂ ਸਕੂਲਸ ਵਗੈਰਾ ਹੈਗੇ ਆ, ਤੁਸੀਂ ਸਕੂਲਸ ਨਾਲ ਵੀ ਰਿਲੇਟਿਡ ਉਹ ਬ੍ਰੇਨ ਪਾਵਰ ਉਹ ਹਾਇਰ ਕਰਦੇ ਆ ਤੁਹਾਨੂੰ, ਜਾਂ ਤੁਸੀਂ ਕਿਸ ਤਰ੍ਹਾਂ ਬੱਚੇ ਨੂੰ ਅਪਰੋਚ ਕਿਵੇਂ ਕਰਦੇ ਹੋ, ਜਾਂ ਬੱਚਾ ਅਪਰੋਚ ਤੁਹਾਨੂੰ ਕਿਵੇਂ ਕਰੇ? ਇੱਕ ਤਾਂ ਅਸੀਂ ਚਾਹਾਂਗੇ ਕਿ ਦਰਸ਼ਕਾਂ ਨੂੰ ਆਪਣਾ ਨਾਮ ਔਰ ਟੈਲੀਫੋਨ ਨੰਬਰ ਜ਼ਰੂਰ ਦਿਓ, ਜੀ, ਤਾਂ ਕਿ ਕੋਈ ਵੀ ਕੁਐਰੀ ਅਗਰ ਹੋਵੇ ਤਾਂ ਉਹ ਡਾਇਰੈਕਟ ਤੁਹਾਨੂੰ ਗੱਲ ਕਰ ਸਕਣ ਬੱਚੇ ਵਾਸਤੇ, ਜਾਂ ਬੱਚੇ ਦੀ ਕੋਈ ਪ੍ਰੋਬਲਮ ਹੈ ਉਹਦੇ ਵਾਸਤੇ, ਜਾਂ ਇਹ ਬ੍ਰੇਨ ਰਿਲੇਟਿਡ ਜਿਹੜੀ ਟੈਕਨੀਕ ਤੁਸੀਂ ਯੂਜ਼ ਕਰਦੇ ਪਏ ਹੋ ਜੀ। ਇਹਦੇ ਵਾਸਤੇ। ਤੇ ਬੱਚਿਆਂ ਨੂੰ ਦੇਖਣ ਵਾਲੇ ਨੂੰ ਆਪਣਾ ਨੰਬਰ ਔਰ ਨਾਮ ਜ਼ਰੂਰ ਸ਼ੇਅਰ ਕਰੋ। ਜੀ, ਕਿਉਂਕਿ ਮੈਨੂੰ ਬਹੁਤ ਥੋੜ੍ਹਾ ਸਮਾਂ ਹੋਇਆ ਹੈ ਮੈਂ ਇਹਦੇ ਵਿੱਚ ਜਿਹੜੇ ਉਹ ਟ੍ਰੇਨਰ ਬਣੀ ਹਾਂ, ਅਤੇ ਜਿਸ ਸਮੇਂ ਮੈਂ ਟ੍ਰੇਨਰ ਬਣੀ ਉਸ ਸਮੇਂ ਇੱਥੇ ਹਾਲਾਤ ਇੱਦਾਂ ਸਨ ਕਿ ਕਰੋਨਾ ਚੱਲ ਰਿਹਾ ਸੀ। ਸੋ ਮੈਂ ਸਕੂਲ ਦੇ ਨਾਲ ਤਾਂ ਜ਼ਿਆਦਾ ਕੰਟੈਕਟ ਦੇ ਵਿੱਚ ਨਹੀਂ ਆ ਪਾਈ। ਹਾਂ, ਸਿਧਾਨਾ ਇੰਸਟੀਚਿਊਟ ਵਾਲਿਆਂ ਨੇ ਜਿਹੜਾ ਉਹਨਾਂ ਨੇ ਮੈਨੂੰ ਬੁਲਾਇਆ ਸੀ, ਪ੍ਰੈਜੈਂਟੇਸ਼ਨ ਦਿੱਤੀ ਸੀ, ਔਰ 50 ਬੱਚੇ ਤਕਰੀਬਨ ਕਲਾਸ ਸੀ, ਜਿਹਦੇ ਵਿੱਚ ਮੈਂ ਇੱਕੋ ਟਾਈਮ 'ਤੇ ਸਾਰੇ ਬੱਚਿਆਂ ਨੂੰ ਜਿਹੜਾ ਹੈ ਉਹਨਾਂ ਦਾ ਡੈਮੋ ਕਰਕੇ ਆਈ ਸਾਂ, ਡੈਮੋ ਦਿਖਾ ਕੇ ਆਈ ਸਾਂ। ਔਰ ਉਸ ਤੋਂ ਇਲਾਵਾ ਮੇਰੇ ਨਾਲ ਕੰਟੈਕਟ ਕਰਨਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਈਜ਼ੀ ਹੈ। ਮੇਰਾ YouTube 'ਤੇ ਚੈਨਲ ਵੀ ਹੈ ਬ੍ਰੇਨ ਪਾਵਰ ਵਿਦ ਆਤਮ, ਔਰ ਮੈਨੂੰ ਕੰਟੈਕਟ ਕੀਤਾ ਜਾ ਸਕਦਾ ਮੇਰੇ ਮੋਬਾਈਲ ਨੰਬਰ 'ਤੇ ਵੀ 7986744676 ਦੇ ਉੱਤੇ, 7986744676 ਦੇ ਉੱਤੇ ਮੈਨੂੰ ਜਿਹੜਾ ਉਹ ਸੰਪਰਕ ਕੀਤਾ ਜਾ ਸਕਦਾ ਹੈ। ਔਨਲਾਈਨ ਆਫਲਾਈਨ ਦੋਨਾਂ ਤਰੀਕੇ ਨਾਲ ਜਿਹੜੀ ਇਹ ਟ੍ਰੇਨਿੰਗ ਅਵੇਲੇਬਲ ਹੈ। ਸਾਰੇ ਮਤਲਬ ਕੁਝ ਪੇਰੈਂਟਸ ਹੁੰਦੇ ਨੇ ਕਹਿੰਦੇ ਨੇ ਅਸੀਂ 16 ਦਿਨ ਲਗਾਤਾਰ ਨਹੀਂ ਲਗਵਾ ਸਕਦੇ ਕਿਉਂਕਿ ਬੱਚਾ ਸਕੂਲ ਹੈ, ਐਗਜ਼ਾਮ ਹੈ, ਅਤੇ ਮੈਂ ਉਹਨਾਂ ਪੇਰੈਂਟਸ ਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ ਕਿ ਅਸੀਂ ਵੀਕਲੀ ਜਿਹੜੇ ਵੀਕਐਂਡ ਦੇ ਡੇਜ਼ ਹੁੰਦੇ, ਸੈਟਰਡੇ ਸੰਡੇ, ਅਸੀਂ ਉਹਨਾਂ ਨੂੰ ਵੀ ਜਿਹੜਾ ਹੈ ਉਹ ਯੂਟੀਲਾਈਜ਼ ਕਰਕੇ ਇਸ ਟ੍ਰੇਨਿੰਗ ਨੂੰ ਕੰਪਲੀਟ ਕਰ ਸਕਦੇ ਹਾਂ। ਅੱਛਾ, ਇਹ ਤਾਂ ਹੋ ਗਿਆ ਕਿ ਵੀ ਇਨ ਪਰਸਨ ਉਹ ਤੁਹਾਨੂੰ ਮਿਲਣ ਜਾਂ ਤੁਹਾਡੇ ਕੋਲ ਆਉਣ, ਜਾਂ ਜਿਸ ਤਰ੍ਹਾਂ ਵੀ ਪਲਾਨ ਤੁਹਾਡਾ ਬਣੇ। ਔਨਲਾਈਨ ਜਿਹੜਾ ਤੁਸੀਂ ਦੱਸਿਆ ਹੈ, ਔਨਲਾਈਨ ਦੇ ਵਿੱਚ ਕਿਵੇਂ ਪੋਸੀਬਲ ਹੋ ਜਾਂਦਾ ਹੈ? ਔਨਲਾਈਨ ਦੇ ਵਿੱਚ ਕੰਸਨਟ੍ਰੇਸ਼ਨ ਬੱਚੇ ਦੀ, ਜਾਂ ਕਿਵੇਂ ਤੁਸੀਂ ਉਹਨੂੰ ਫੋਲੋ ਕਰਦੇ ਹੋ, ਜਾਂ ਉਹ ਬੱਚਾ ਤੁਹਾਨੂੰ ਕਿਵੇਂ ਫੋਲੋ ਕਰਦਾ ਉਹਦੇ ਵਿੱਚ? ਦੇਖੋ, ਇਹ ਜਿਹੜਾ ਬ੍ਰੇਨ ਪਾਵਰ ਟ੍ਰੇਨਿੰਗ ਅਸੀਂ ਕਰ ਰਹੇ ਇੱਕ ਐਪਲੀਕੇਸ਼ਨ ਦੀ ਮਦਦ ਦੇ ਨਾਲ ਕਰ ਰਹੇ ਹਾਂ। ਜਦੋਂ ਬੱਚਾ ਮੇਰੇ ਕੋਲ ਹੈ ਅਤੇ ਮੈਂ ਵੀ ਉਹੀ ਐਪਲੀਕੇਸ਼ਨ ਯੂਜ਼ ਕਰਕੇ ਜਿਹੜਾ ਹੈ ਉਹਨੂੰ ਮੈਂ ਉਹਦੇ ਕੋਲ ਸਾਰਾ ਵਕਤ ਬੈਠਾਂਗੀ। ਫਿਰ ਉਹਦੇ ਵਿੱਚ ਪੇਰੈਂਟਸ ਦੀ ਟੈਨਸ਼ਨ ਨਹੀਂ ਰਹਿੰਦੀ ਕਿਉਂਕਿ ਮੈਂ ਆਪ ਹੀ ਉਹਦੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਉਹਨੂੰ ਜਿਹੜਾ ਉਹ ਦੇਵਾਂਗੀ। ਹਾਂ, ਔਨਲਾਈਨ ਦੇ ਕੇਸ ਦੇ ਵਿੱਚ ਸਾਨੂੰ ਬੱਚੇ ਨਾਲ ਇੱਕ ਪੇਰੈਂਟ ਦੀ ਜ਼ਰੂਰਤ ਹੁੰਦੀ ਹੈ। ਸਭ ਤੋਂ ਪਹਿਲਾਂ ਮੈਂ ਜਿਵੇਂ ਦੱਸਿਆ ਕਿ ਐਪਲੀਕੇਸ਼ਨ ਦੀ ਮਦਦ ਦੇ ਨਾਲ ਅਸੀਂ ਸਾਰਾ ਪ੍ਰੋਸੈਸ ਕੰਪਲੀਟ ਕਰਦੇ ਹਾਂ। ਐਪਲੀਕੇਸ਼ਨ ਵਾਲਾ ਪ੍ਰੋਸੈਸ ਹੁੰਦਾ ਹੈ। ਉਸ ਤੋਂ ਬਾਅਦ ਜਦੋਂ ਬੱਚੇ ਦੀ ਇੱਕ ਸੈਂਸ ਬੰਦ ਕਰਨੀ, ਯਾਨੀ ਕਿ ਦੇਖਣ ਦੀ ਜਿਹੜੀ ਉਹ ਸ਼ਕਤੀ ਬੰਦ ਕਰਨੀ, ਅੱਖਾਂ 'ਤੇ ਪੱਟੀ ਬੰਨ੍ਹਣੀ, ਉਦੋਂ ਸਾਨੂੰ ਬੱਚੇ ਦੇ ਇੱਕ ਪੇਰੈਂਟ ਦੀ ਲੋੜ ਹੈ ਜਿਹੜਾ ਸਮਾਂ ਉਹ ਉੱਥੇ ਦੇ ਸਕਣ। ਉਹਦੇ ਵਿੱਚ ਜਿਹੜਾ ਆਪਾਂ ਉਹਨਾਂ ਨੂੰ 2 ਦਿਨ ਦਾ ਡੈਮੋ ਫ੍ਰੀ ਦਿੰਦੇ ਹਾਂ, ਜਿੰਦਾ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਂਦਾ, ਤਾਂ ਕਿ 2 ਦਿਨ ਦੇ ਵਿੱਚ ਬੱਚਾ ਅਤੇ ਮਾਪਿਓ ਆਪਣਾ ਇਹ ਮਾਈਂਡ ਸੈਟਅਪ ਕਰ ਲੈਣ ਕਿ ਹਾਂ ਉਹਨਾਂ ਨੇ ਅੱਗੇ ਟ੍ਰੇਨਿੰਗ ਕੰਟੀਨਿਊ ਕਰਨੀ ਹੈ ਜਾਂ ਨਹੀਂ। ਇਹ ਨਹੀਂ ਹੈ ਕਿ ਪਹਿਲੇ ਦਿਨ ਤੋਂ ਹੀ। ਅਤੇ ਇਸ 2 ਦਿਨ ਦੇ ਵਿੱਚ ਜਿਹੜਾ ਹੈ ਬੱਚਾ ਇੰਨਾ ਕਾਬਲ ਹੋ ਜਾਂਦਾ ਹੈ ਕਿ ਪਹਿਲੇ ਦਿਨ ਅੱਖਾਂ 'ਤੇ ਪੱਟੀ ਬੰਨ੍ਹ ਕੇ ਰੰਗ ਪਹਿਚਾਨਣ ਜੋਗਾ ਹੋ ਜਾਂਦਾ ਹੈ, ਉਹ ਦੱਸਣ ਲੱਗ ਜਾਂਦਾ ਹੈ ਲਾਲ ਹੈ, ਪੀਲਾ ਹੈ, ਹਰਾ ਹੈ। ਦੂਸਰੇ ਦਿਨ ਬਹੁਤ ਘੱਟ ਬੱਚੇ ਹੁੰਦੇ ਨੇ, ਦੂਸਰੇ ਦਿਨ ਜਿਹੜਾ ਹੈ ਉਹ ABC 1 2 3 ਵੀ ਪੜ੍ਹਨ ਲੱਗ ਜਾਂਦੇ, ਪਰ ਮੋਸਟਲੀ ਉਹ 2 ਦਿਨ ਦੇ ਵਿੱਚ ਕਲਰ ਹੀ ਰੈਕੋਗਨਾਈਜ਼ ਕਰ ਪਾਉਂਦੇ। ਪਰ ਅੱਗੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਹੁਤ ਜ਼ਿਆਦਾ ਅਮੇਜ਼ਿੰਗ ਰਿਜ਼ਲਟ ਹੈ। ਜਿਵੇਂ ਜਦੋਂ 12-13 ਦਿਨ ਦੀ ਇਹ ਟ੍ਰੇਨਿੰਗ ਹੋ ਜਾਂਦੀ ਹੈ 16 ਦਿਨਾਂ ਦੇ ਵਿੱਚੋਂ, ਅਤੇ ਬੱਚੇ ਕ੍ਰਿਕਟ ਵੀ ਖੇਡ ਸਕਦੇ ਅੱਖਾਂ 'ਤੇ ਪੱਟੀ ਬੰਨ੍ਹ ਕੇ, ਕੈਰਮ ਬੋਰਡ ਖੇਡ ਸਕਦੇ, ਜਾਂ ਫਿਰ ਤੁਸੀਂ ਬੱਚੇ ਨੂੰ ਇੱਕ ਕਮਰੇ 'ਚ ਅੱਖਾਂ 'ਤੇ ਪੱਟੀ ਬੰਨ੍ਹ ਕੇ ਬਿਠਾ ਦਿਓ, ਆਪਣੀ ਐਕਟਿਵਾ ਦੀਆਂ ਕੀਜ਼ ਉਹ ਦੂਸਰੇ ਕਮਰੇ 'ਚ ਛੁਪਾ ਦਿਓ, ਉਹ ਬੱਚਾ ਉਸੇ ਤਰ੍ਹਾਂ ਉੱਠ ਕੇ ਆਏਗਾ 3 ਤੋਂ 4 ਮਿੰਟ ਤੋਂ ਪਹਿਲਾਂ ਹੀ ਉਹ ਕੀਜ਼ ਇਸੇ ਤਰੀਕੇ ਨਾਲ ਲੱਭੇਗਾ ਅੱਖਾਂ 'ਤੇ ਪੱਟੀ ਬੰਨ੍ਹੀ। ਮਤਲਬ ਇੰਨਾ ਲੈਵਲ ਹਾਈ ਹੈ ਇਸ ਆਰਟ ਦਾ, ਜਾਂ ਇਹਨੂੰ ਸਟੱਡੀ ਕਹੀਏ ਜਾਂ ਜੋ ਵੀ ਕਹੀਏ,
ਕਿ ਵੀ ਬੱਚਾ ਜਿਹੜਾ ਹੈ ਜਾਂ ਜਿਹਨੂੰ ਵੀ ਤੁਸੀਂ ਟ੍ਰੇਨ ਕਰ ਦਿੱਤਾ ਹੈ 16 ਦਿਨ ਦੇ ਵਿੱਚ ਵਟਐਵਰ, ਉਹ ਇੰਨਾ ਕਾਬਲ ਹੋ ਜਾਂਦਾ ਹੈ ਕਿ ਵੀ ਉਹ ਬਿਲਕੁਲ ਹੀ ਬਿਨਾ ਦੇਖੇ ਹੀ ਸਭ ਕੁਝ ਦੇਖ ਰਿਹਾ ਹੈ, ਇੱਕ ਤਰੀਕੇ ਜੀ ਦਾ ਇਹ ਹੋ ਜਾਂਦਾ ਉਹਦੇ ਜੀ ਚ ਨਾ। ਜੀ ਇਹ ਸਿਰਫ ਲੈਵਲ 1 ਤੇ 2 ਦੀ ਗੱਲ ਹੈ। ਜੇ ਲੈਵਲ 3 ਤੇ 4 ਦੀ ਗੱਲ ਕਰਾਂਗੇ ਤਾਂ ਉਹ ਸ਼ਾਇਦ ਤੁਸੀਂ ਸੁਣ ਕੇ ਵੀ ਯਕੀਨ ਨਹੀਂ ਕਰ ਪਾਓਗੇ ਕਿ ਬੱਚੇ ਨੂੰ ਤੁਸੀਂ ਕੋਈ ਵੀ ਨੋਵਲ ਬੁੱਕ ਜਾਂ ਸਟੋਰੀ ਬੁੱਕ ਦੇ ਦਿਓ ਜਿਹੜੀ ਉਹਨੇ ਪਹਿਲਾਂ ਕਦੀ ਨਹੀਂ ਪੜ੍ਹੀ, ਪਹਿਲਾਂ ਬਿਲਕੁਲ ਟੱਚ ਹੀ ਨਹੀਂ ਕੀਤੀ, ਵੇਖੀ ਤੱਕ ਨਹੀਂ, ਉਹ ਤੁਸੀਂ ਦੇ ਦਿਓ, ਅੱਖਾਂ ਤੇ ਪੱਟੀ ਬੰਨ੍ਹ ਕੇ ਬਿਠਾ ਦਿਓ, ਬੱਚਾ ਆਪਣੇ ਕੰਨ ਦੇ ਕੋਲ ਉਸ ਬੁੱਕ ਨੂੰ ਫਲਿੱਪ ਕਰੇਗਾ, ਖੋਲੇਗਾ ਨਹੀਂ, ਫਲਿੱਪ ਕਰੇਗਾ। 10 ਮਿੰਟ ਦੇ ਬਾਅਦ ਤੁਸੀਂ ਉਸ ਬੱਚੇ ਨੂੰ ਪੁੱਛੋ ਕਿ ਹਾਂਜੀ ਬੁੱਕ ਦੇ ਵਿੱਚ ਕੀ ਹੈ, ਬੁੱਕ ਦੇ ਵਿੱਚ ਜਿਹੜੀ ਸਟੋਰੀ ਦਾ ਉਹ ਮੋਰਲ ਥੀਮ ਦੱਸੇਗਾ, ਤੁਹਾਨੂੰ ਕਿਤੇ ਨਾ ਕਿਤੇ ਇਹ ਵੀ ਦੱਸੇਗਾ ਕਿ ਉਹਦੇ ਕਿਹੜੇ ਪੇਜ ਦੇ ਉੱਤੇ ਜਿਹੜਾ ਉਹ ਕਿਹੜੀ ਫਿਗਰ ਬਣੀ ਹੋਈ ਹੈ, ਲਾਈਕ ਕਿਤੇ ਕਛੂਆ ਬਣਿਆ ਹੈ ਜਾਂ ਰੈਬਿਟ ਬਣਿਆ ਹੈ ਜਾਂ ਕੋਈ ਵੀ ਫਿਗਰ ਬਣੀ। ਔਰ ਈਵਨ ਉਹ ਇੱਥੋਂ ਤੱਕ ਵੀ ਦੱਸਣ ਦੇ, ਕੁਝ ਬੱਚੇ ਇੰਨੇ ਤੇਜ਼ ਹੁੰਦੇ, ਇੰਨਾ ਵੀ ਦੱਸਣ ਦੇ ਕਾਬਿਲ ਹੋ ਜਾਂਦੇ ਕਿ ਕਿਹੜੇ ਪੇਜ ਤੇ ਕਿਹੜਾ ਵਰਡ ਹੈ, ਇਹ ਵੀ ਦੱਸਣ ਲੱਗ ਜਾਂਦੇ। ਮਤਲਬ ਵਿਸ਼ਵਾਸ ਤਾਂ ਨਹੀਂ ਹੁੰਦਾ ਪਿਆ, ਲੇਕਿਨ ਮੰਨਣਾ ਚਾਹ ਰਹੀ ਹੈ ਜੋ ਤੁਸੀਂ ਕਹਿ ਰਹੇ ਹੋ, ਤਾਂ ਵਾਕਈ ਐਸਾ ਇਹ ਹੁੰਦਾ ਵੀ ਹੋਇਆ ਹੋਏਗਾ। ਹੈ। ਮੇਰੀ ਇੱਕ ਸਟੂਡੈਂਟ ਹੈ ਦਿੱਲੀ ਦੀ, ਰਬਾਨੀ ਜੌਲੀ, ਜਿਨਨੇ ਇਹ ਦੋਨੋਂ, ਮਤਲਬ ਦੋਨੋਂ ਨਹੀਂ, ਮੈਂ ਲੈਵਲ 1 ਲੈਵਲ 2 ਦੈਨ ਲੈਵਲ 3 ਲੈਵਲ 4 ਇਹ ਚਾਰੋਂ ਲੈਵਲ ਕੰਪਲੀਟ ਕੀਤੇ ਔਰ ਉਹ ਬਹੁਤ ਹੀ ਅੱਛਾ ਕਰ ਰਹੀ ਹੈ ਆਪਣੀ ਜ਼ਿੰਦਗੀ ਦੇ ਵਿੱਚ, ਨਹੀਂ ਅਸੀਂ ਆਪਣੀ ਸਟੱਡੀਜ਼ ਦੇ ਵਿੱਚ ਇਹ ਬਹੁਤ ਜ਼ਰੂਰ ਅੱਛਾ ਚਾਹਾਂਗੇ ਕਿ ਕੋਈ ਅਗਰ ਇੰਟਰਸਟਿਡ ਹੋਣ ਪੇਰੈਂਟਸ ਵਗੈਰਾ ਵੀ ਟਾਈਮ ਰੱਖਣ ਤੁਹਾਡੇ ਨਾਲ ਕਿ ਇਹ ਚੀਜ਼ ਜਿਹੜੀ ਤੁਸੀਂ ਦੱਸੀ ਹੈ ਇਹ ਅਭੀ ਔਨ ਕੈਮਰਾ ਵੀ, ਬਲਕਿ ਚਾਹਾਂਗੇ ਕਿ ਇਹ ਚੀਜ਼ ਦੇਖਣਾ ਕਿ ਜਦੋਂ ਤੁਸੀਂ ਨੈਕਸਟ ਕਦੇ ਸ਼ੂਟ ਆਪਾਂ ਕਰਨਾ ਚਾਹਾਂਗੇ ਉਸ ਚੀਜ਼ ਨੂੰ, ਕਿ ਕੋਈ ਇਹੋ ਜਿਹਾ ਬੱਚਾ ਹੋਵੇ ਪ੍ਰੀਪੇਅਰਡ ਜੋ ਤੁਹਾਡੇ ਕੋਲੋਂ ਹੋਇਆ ਹੈ, ਜੀ ਜੀ ਕਿ ਅਸੀਂ ਇਹ ਅੱਖ ਤੋਂ ਬੰਨ ਕੇ ਪੱਟੀ ਫਲਿੱਪ ਕਰਕੇ ਬੁੱਕ ਵਾਲਾ ਇਹ ਸਾਰਾ ਲੈਵਲ 2 3 4 ਇਹ ਦੇਖ ਸਕੀਏ, ਹੈ ਨਾ। ਤਾਂ ਨੈਕਸਟ ਖੈਰ ਅਸੀਂ ਵੀ ਇਨ ਟੱਚ ਰਵਾਂਗੇ ਤੁਹਾਡੇ, ਤੇ ਬਾਕੀ ਕੋਸ਼ਿਸ਼ ਕਰਦੇ ਹਾਂ ਕਿ ਪੇਰੈਂਟਸ ਨੂੰ ਵੀ ਕਿਸੇ ਨੂੰ ਕੋਈ ਕੁਐਰੀ ਹੋਵੇ ਤਾਂ ਤੁਸੀਂ ਨੰਬਰ ਆਪਣਾ ਦਿੱਤਾ ਹੈ ਨਾ। ਜੀ ਸੋ ਕੁਝ ਮੈਸੇਜ ਤੁਸੀਂ ਦੇਣਾ ਚਾਹੋਗੇ, ਕਿਉਂਕਿ ਇਹ ਬੱਚੇ ਜਿਹੜੇ ਤੁਸੀਂ ਸਿਲੈਕਟ ਕਰਦੇ ਹੋ ਜਾਂ ਕੋਈ ਰੈਂਡਮ ਕੋਈ ਵੀ ਬੱਚਾ ਇਹ ਟ੍ਰੇਨਿੰਗ ਲੈ ਸਕਦਾ ਹੈ ਜਾਂ ਇਸ ਲੈਵਲ ਤੱਕ ਪਹੁੰਚ ਸਕਦਾ ਹੈ, ਕੋਈ ਉਹਦੀ ਆਪਣੀ ਕੋਈ ਬੇਸਿਕ ਬ੍ਰੇਨ ਦਾ ਲੈਵਲ ਹੋਣਾ ਚਾਹੀਦਾ, ਕੋਈ ਅੰਡਰਸਟੈਂਡਿੰਗ ਲੈਵਲ ਚਾਹੀਦਾ ਉਹਦਾ ਕੁਝ? ਨਹੀਂ, ਹਾਲੇ ਤੱਕ ਤਾਂ ਮੈਨੂੰ ਇੱਦਾਂ ਦਾ ਕੁਝ ਵੀ ਜਿਹੜਾ ਫੀਲ ਹੋਇਆ, ਮੇਰੇ ਕੋਲ ਜਿੰਨੇ ਵੀ ਬੱਚੇ ਆਏ ਨੇ, ਜਿਨ੍ਹਾਂ ਨੂੰ ਵੀ ਮੈਂ ਟ੍ਰੇਨਡ ਕੀਤਾ, ਉਹ ਸਾਰੇ ਨਾਰਮਲ ਬੱਚੇ ਆਏ ਨੇ ਮੇਰੇ ਕੋਲ, ਔਰ ਮੈਨੂੰ ਹਾਲੇ ਤੱਕ ਤਾਂ ਕਿਸੇ ਬੱਚੇ ਨੂੰ ਟ੍ਰੇਨਿੰਗ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਆਈ। ਨਹੀਂ, ਚਲੋ ਕੋਸ਼ਿਸ਼ ਕਰਦੇ ਹਾਂ ਜੀ ਕਿ ਬਹੁਤ ਅੱਛਾ ਇੱਕ ਨਵਾਂ ਕਨਸੈਪਟ ਹੀ ਮੇਰੇ ਖਿਆਲ ਨਾਲ ਅਸੀਂ ਲੈ ਕੇ ਆਏ ਹਾਂ ਦਰਸ਼ਕਾਂ ਵਾਸਤੇ, ਔਰ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੇ ਵੀ ਦੇਖਿਆ ਹੈ, ਉਹ ਵੀ ਹੈਰਾਨ ਜ਼ਰੂਰ ਹੋਣਗੇ ਕਿ ਲੈਵਲ 1 2 3 4 ਤੱਕ ਜੇ ਅਸੀਂ ਡੈਮੋ ਦੇਖਣਾ ਚਾਹਾਂਗੇ ਤੇ ਅਸੀਂ ਜ਼ਰੂਰ ਦੇਖਾਂਗੇ ਔਰ ਦਰਸ਼ਕਾਂ ਨੂੰ ਦਿਖਾਵਾਂਗੇ। ਬਿਲਕੁਲ, ਇਹਦੇ ਵਿੱਚ ਸਾਡੇ ਕੋਲ ਲੈਵਲ 10 ਤੱਕ ਹੈ ਔਰ ਲੈਵਲ 9 10 ਤੁਸੀਂ ਆਪ ਸੋਚ ਸਕਦੇ ਹੋ, ਅਗਰ ਲੈਵਲ 1 2 3 4 ਦਾ ਇਹ ਹਾਲ ਹੈ ਤੇ ਲੈਵਲ 10 ਤੱਕ ਬੱਚਾ ਕੀ ਕਰ ਸਕਦਾ ਹੈ। ਬਿਲਕੁਲ ਬਿਲਕੁਲ, ਇਹ ਹੋ ਸਕਦਾ ਹੈ ਕਿ ਉਸ ਲੈਵਲ ਤੱਕ ਵੀ ਅਸੀਂ ਸ਼ਾਇਦ ਦੇਖੀਏ, ਜੀ। ਬਟ ਜਿਹੜਾ ਆਪਾਂ ਦੇਖ ਰਹੇ ਹਾਂ ਜਿਹੜਾ ਕਿ ਬਿਲਕੁਲ ਹੀ ਅਨਬਿਲੀਵੇਬਲ ਹੈ, ਅਸੀਂ ਪਹਿਲਾਂ ਉਸ ਲੈਵਲ ਤੱਕ ਤੇ ਆਪਣੇ ਆਪ ਨੂੰ ਵੀ ਲੈ ਕੇ ਆਈਏ, ਹੈ ਨਾ। ਬਿਲਕੁਲ ਬਿਲਕੁਲ। ਸੋ ਇਟ ਵਾਸ ਅ ਵੈਰੀ ਨਾਈਸ ਟਾਈਮ ਯੂ ਹੈਵ ਗਿਵਨ ਟੂ ਅਸ, ਤੇ ਥੈਂਕ ਯੂ ਸੋ ਮਚ। ਸਟੂਡੀਓ ਆਉਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਸੋ ਇਸ ਹਨ ਆਤਮਜੀਤ ਮੈਡਮ, ਔਰ ਇਹਨਾਂ ਦਾ ਨੰਬਰ ਵੀ ਸ਼ੇਅਰ ਇਹਨਾਂ ਨੇ ਕੀਤਾ ਤੁਹਾਡੇ ਨਾਲ। ਕੋਈ ਵੀ ਕੁਐਰੀ ਤੁਹਾਡੀ ਹੋਵੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ। ਸਾਡੇ ਤੱਕ ਕੁਝ ਪਹੁੰਚਾਉਣਾ ਹੈ, ਸਾਡੇ ਤੱਕ ਕੋਈ ਨਿਊਜ਼ ਪਹੁੰਚਾਉਣੀ ਹੈ, ਤੁਸੀਂ ਸਾਡੇ ਤੱਕ ਵੀ ਕੋਈ ਨਾ ਕੋਈ ਨਿਊਜ਼ ਜ਼ਰੂਰ ਪਹੁੰਚਾਇਆ ਕਰੋ। ਕੋਸ਼ਿਸ਼ ਕਰਦੇ ਹਾਂ ਕਿ ਇਸ ਪ੍ਰੋਗਰਾਮ ਰਾਹੀਂ ਹੀ ਬਹੁਤ ਅੱਛਾ ਮੈਸੇਜ ਤੁਹਾਨੂੰ ਗਿਆ ਹੈ, ਔਰ ਅੱਗੇ ਆਉਣ ਵਾਲੇ ਟਾਈਮ ਵਿੱਚ ਨੈਕਸਟ ਇੱਕ ਹੋਰ ਨਵੀਂ ਸ਼ਖਸੀਅਤ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।